ਕਿਸਮ ਦਾ ਐਸਿਡ ਹੁੰਦਾ ਆ ਇਰੂਸਿਕ ਐਸਿਡ। ਇਰੂਸਿਕ ਐਸਿਡ ਜਿਹੜਾ ਹੈ ਉਹ ਸਾਡੇ ਹਾਰਟ ਲਈ ਠੀਕ ਨਹੀਂ ਹੁੰਦਾ, ਔਰ ਉਹ ਸਾਡੇ ਹਾਰਟ ਦੇ ਵਿੱਚ ਫੈਟ ਪੈਦਾ ਕਰ ਦਿੰਦਾ ਮਸਲਸ ਦੇ ਵਿੱਚ। ਤੋ ਇਸ ਕਰਕੇ ਉਹਦੀ ਜਿਹੜੀ ਕੁਆਂਟੀਟੀ ਹੈ ਉਹ ਸਾਨੂੰ ਸੀਮਤ ਰੱਖਣੀ ਚਾਹੀਦੀ ਹੈ, ਔਰ ਮੈਂ ਇਹ ਰਿਕਮੈਂਡ ਕਰਦਾ ਹਾਂ ਕਿ ਉਹ ਹਫਤੇ ਦੇ ਵਿੱਚ ਇੱਕ ਦਿਨ ਸਾਨੂੰ ਲੈਣਾ ਚਾਹੀਦਾ ਹੈ। ਹਰ ਰੋਜ਼ ਇਸਤੇਮਾਲ ਉਹਦਾ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹ ਜਿਸ ਤਰ੍ਹਾਂ ਅਸੀਂ ਸਬਜ਼ੀਆਂ ਬਣਾਉਂਦੇ ਹਾਂ, ਭਿੰਡੀ ਬਣਾਉਂਦੇ ਹਾਂ ਜਾਂ ਕਰੇਲੇ ਬਣਾਉਂਦੇ ਹਾਂ, ਉਹਦੇ ਵਿੱਚ ਅਸੀਂ ਉਹਨੂੰ ਇਸਤੇਮਾਲ ਕਰ ਸਕਦੇ ਹਾਂ ਪਰ ਹਫਤੇ ਦੇ ਵਿੱਚ ਇੱਕ ਵਾਰੀ। ਸੋ ਇਸ ਤਰ੍ਹਾਂ ਅਸੀਂ ਇਹਨਾਂ ਫੈਟਸ ਦਾ ਇਸਤੇਮਾਲ ਚੰਗੇ ਤਰੀਕੇ ਦੇ ਨਾਲ ਕਰਦੇ ਹਾਂ। ਫਿਰ ਅਸੀਂ ਪ੍ਰੋਬਾਇਓਟਿਕਸ ਦਾ ਮਤਲਬ ਇਹ ਆ ਕਿ ਜਿਹੜੇ ਬੈਕਟੀਰੀਆ ਹੈਗੇ ਆ ਉਹ ਸਾਡੇ, ਜਿਸ ਤਰ੍ਹਾਂ ਮੈਂ ਪਿਛਲੇ ਆਪਣੇ ਵੈਬੀਨਾਰ ਦੇ ਵਿੱਚ ਦੱਸਿਆ ਸੀ ਕਿ ਬੈਕਟੀਰੀਆਸ ਦਾ ਬਹੁਤ ਸਾਡੇ ਜੀਵਨ ਦੇ ਵਿੱਚ, ਸਾਡੀ ਗੱਟ ਦੇ ਵਿੱਚ ਔਰ ਸਾਡੀ ਡਾਈਜੈਸ਼ਨ ਦੇ ਵਿੱਚ, ਸਾਡੀ ਇਮਿਊਨਿਟੀ ਦੇ ਵਿੱਚ ਬਹੁਤ ਵੱਡਾ ਰੋਲ ਹੈ। ਇਸ ਲਈ ਅਸੀਂ ਇਹ ਜਿਹੜੇ ਬੈਕਟੀਰੀਆ ਹੈਗੇ ਸਾਡੇ ਫਰੈਂਡਲੀ ਬੈਕਟੀਰੀਆ ਆ, ਉਹ ਅਸੀਂ ਦਹੀਂ ਦੇ ਵਿੱਚੋਂ ਲੈ ਸਕਦੇ ਹਾਂ, ਅਚਾਰ ਦੇ ਵਿੱਚੋਂ ਲੈ ਸਕਦੇ ਹਾਂ। ਫਿਰ ਜਿਹੜੀਆਂ ਫਰਮੈਂਟਡ ਵੈਜੀਟੇਬਲਸ ਹੈਗੀਆਂ, ਫਰਮੈਂਟਡ ਵੈਜੀਟੇਬਲ ਦਾ ਕਾਰੋਬਾਰ ਬਹੁਤ ਹੱਦ ਤੱਕ ਵੱਧ ਗਿਆ ਆ, ਔਰ ਹਰ ਇੱਕ ਨੂੰ ਇਸ ਫਰਮੈਂਟਡ ਵੈਜੀਟੇਬਲ ਜਿਹੜੀਆਂ ਹੈਗੀਆਂ ਉਹਨਾਂ ਬਾਰੇ ਜਾਣਕਾਰੀ ਰੱਖਣੀ ਚਾਹੀਦੀ ਆ, ਔਰ ਸਾਡੇ ਘਰਾਂ ਦੇ ਵਿੱਚ ਫਰਮੈਂਟਡ ਵੈਜੀਟੇਬਲ ਜਿਹੜੀਆਂ ਆ ਉਹ ਰੂਟੀਨ ਦੇ ਵਿੱਚ ਹੋਣੀਆਂ ਚਾਹੀਦੀਆਂ ਆ, ਜਿਹੜੀਆਂ ਕਿ ਪ੍ਰੋਬਾਇਓਟਿਕਸ ਦਾ ਔਰ ਪ੍ਰੀਬਾਇਓਟਿਕਸ ਦੋਨਾਂ ਚੀਜ਼ਾਂ ਦਾ ਬਹੁਤ ਮਿਸ਼ਰਣ ਹੈ, ਔਰ ਸਾਡੀ ਸਿਹਤ ਲਈ ਬਹੁਤ ਇੰਪੋਰਟੈਂਟ ਹੈ। ਉਹਦਾ ਇਸਤੇਮਾਲ ਸਾਨੂੰ ਡੇਲੀ ਕਰਨਾ ਚਾਹੀਦਾ ਹੈ। ਔਰ ਇਸ ਤੋਂ ਇਲਾਵਾ ਹਾਈਡਰੇਸ਼ਨ ਹੈ, ਪਾਣੀ ਦੀ ਮਕਦਾਰ ਜਿਹੜੀ ਹੈ ਉਹ 8-10 ਗਲਾਸ ਡੇਲੀ ਜਿਹੜਾ ਹੈ ਉਹ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ। ਤੇ ਬਹੁਤੇ ਲੋਕਾਂ ਨੂੰ ਤਾਂ ਅਸੀਂ ਅਗਰ ਪੁੱਛੀਏ ਕਿ ਤੁਸੀਂ ਪਾਣੀ ਪੀਂਦੇ ਹੋ, ਹਾਂ ਜੀ ਖਾਣੇ ਦੇ ਨਾਲ ਗਲਾਸ ਪੀ ਲਈਦਾ ਆ, ਉੱਦਾਂ ਨਹੀਂ ਹੈ। ਪਰ ਸਾਡੀ ਬਾਡੀ ਨੂੰ ਪੂਰੀ ਤਰ੍ਹਾਂ ਹਾਈਡਰੇਟ ਕਰਨ ਦੇ ਲਈ ਔਰ ਸਾਡੇ ਸਰਕੂਲੇਟਰੀ ਸਿਸਟਮ ਨੂੰ ਪੂਰੀ ਤਰ੍ਹਾਂ ਚਲਾਉਣ ਦੇ ਲਈ ਜਿਹੜੀ ਹਾਈਡਰੇਸ਼ਨ ਹੈ, ਪਾਣੀ ਦਾ ਇਸਤੇਮਾਲ ਹੈ, ਉਹ ਵੀ ਸਾਫ਼ ਪਾਣੀ, ਆਰਓ ਪਾਣੀ ਬਹੁਤ ਜ਼ਰੂਰੀ ਹੈ। ਨਹੀਂ ਤਾਂ ਫਿਰ ਸਾਡੇ ਡੀਹਾਈਡਰੇਸ਼ਨ ਦੇ ਨਾਲ ਬਹੁਤੀਆਂ ਹਾਈਡਰੇਸ਼ਨ ਦਾ ਇੱਕ ਫਾਇਦਾ ਮੈਂ ਤੁਹਾਨੂੰ ਹੋਰ ਦੱਸਦਾ ਹਾਂ ਕਿ ਜਿੰਨੇ ਵੀ ਰਾਦਰ 90% ਹੈਡੇਕ ਹੈ ਉਹ ਸਾਡੇ ਡੀਹਾਈਡਰੇਸ਼ਨ ਕਰਕੇ ਹੁੰਦੇ ਆ। ਅਗਰ ਕਿਸੇ ਦਾ ਹੈਡੇਕ ਹੁੰਦਾ ਆ ਤੇ ਜੇ ਅਗਰ ਉਹ 2 ਗਲਾਸ ਪਾਣੀ ਦੇ ਪੀ ਲਵੇ ਤੇ ਬਿਨਾਂ ਕੋਈ ਐਸਪਰੀਨ ਜਾਂ ਪੈਰਾਸਟਾਮੋਲ ਦੀ ਗੋਲੀ ਖਾਦੇ ਤੋਂ ਬਿਨਾਂ ਹੀ ਪਾਣੀ ਦੇ ਨਾਲ ਹੀ ਉਹਦਾ ਹੈਡੇਕ ਜਿਹੜਾ ਆ ਉਹ ਠੀਕ ਹੋ ਸਕਦਾ ਆ, ਕਿਉਂਕਿ ਸਭ ਤੋਂ ਪਹਿਲਾਂ ਸਾਡਾ ਜਿਹੜਾ ਬ੍ਰੇਨ ਹੈਗਾ ਉਹ 70 ਤੋਂ 80% ਪਾਣੀ ਆ, ਔਰ ਜਦੋਂ ਡੀਹਾਈਡਰੇਸ਼ਨ ਹੁੰਦੀ ਆ, ਪਾਣੀ ਦੀ ਕਮੀ ਹੁੰਦੀ ਆ, ਤੇ ਸਭ ਤੋਂ ਪਹਿਲਾਂ ਇਫੈਕਟ ਜਿਹੜਾ ਹੈ ਉਹ ਸਾਡੇ ਬ੍ਰੇਨ ਤੇ ਹੁੰਦਾ ਆ ਤੇ ਸਾਡਾ ਹੈਡੇਕ ਜਿਹੜਾ ਹੋਣਾ ਸ਼ੁਰੂ ਹੋ ਜਾਂਦਾ ਆ। ਸੋ ਅਗਰ ਅਸੀਂ ਪਾਣੀ ਦੀ ਮਾਤਰਾ ਪੂਰੀ ਰੱਖੀਏ ਤੇ ਇਹ ਇੱਕ ਬਹੁਤ ਹੀ ਇੰਪੋਰਟੈਂਟ ਔਰ ਜਿਹੜੀ ਕਿ ਕਾਮਨ ਪ੍ਰੋਬਲਮ ਸਾਡੇ ਕੋਲ ਆਉਂਦੀ ਆ ਉਹਨੂੰ ਅਸੀਂ ਨਿਜਾਤ ਪਾ ਸਕਦੇ ਹਾਂ। ਸੋ ਇਸ ਕਰਕੇ 7 ਤੋਂ 8-10 ਗਲਾਸ ਜਿਹੜੇ ਪਾਣੀ ਦੇ ਹੈਗੇ ਆ, ਪਿਓਰ ਪਾਣੀ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ, ਔਰ ਉਹ ਸਾਨੂੰ ਡੇਲੀ ਲੈਣਾ ਚਾਹੀਦਾ ਹੈ। ਫਿਰ ਸਾਡੀਆਂ ਕਈ ਤਰ੍ਹਾਂ ਦੀਆਂ ਬੈਡ ਹੈਬਿਟਸ ਪਈਆਂ ਆ, ਜਿਸ ਤਰ੍ਹਾਂ ਅਲਕੋਹਲ ਡਰਿੰਕਿੰਗ ਹੈ, ਜ਼ਿਆਦਾ ਡਰਿੰਕ ਕਰਦੇ ਹਾਂ ਅਸੀਂ, ਕਿਉਂਕਿ ਮੈਂ ਤੇ ਇਹ ਕਹਿਣਾ ਹੈ ਕਿ ਈਵਨ 1 ਡ੍ਰੌਪ ਆਫ ਐਲਕੋਹਲ ਇਜ਼ ਬੈਡ ਫॉर ਯੂ। ਅਗਰ ਪਰ ਬਹੁਤੇ ਡਾਕਟਰ ਜਿਹੜੇ ਆ ਉਹ ਰਿਕਮੈਂਡ ਕਰਦੇ ਆ ਕਿ 1 ਪੈਗ ਜਿਹੜਾ ਹੈ ਉਹ ਲੇਡੀਜ਼ ਲਈ ਔਰ 2 ਪੈਗ ਛੋਟੇ ਜੈਂਟਸ ਲਈ ਉਹ ਰਿਕਮੈਂਡ ਕਰਦੇ ਆ ਕਿ ਅਗਰ ਜਿਹੜੇ ਲੈਂਦੇ ਆ, ਨਾਟ ਕਿ ਨਿਊ ਵਨ, ਜਿਹੜੇ ਆਲਰੇਡੀ ਲੈਂਦੇ ਆ ਉਹਨਾਂ ਲਈ ਸਿਹਤ ਲਈ ਲੈ ਲੈਣੇ ਠੀਕ ਹੈਗੇ ਆ, ਉਹ ਨੁਕਸਾਨ ਕਹਿੰਦੇ ਨਹੀਂ ਕਰਦੇ। ਪਰ ਇਹਨਾਂ ਦੀ ਮਾਤਰਾ ਅਗਰ बढ़ ਜਾਂਦੀ ਹੈ, ਹੁੰਦੀ ਹੈ, ਤੇ ਉਹ ਸਾਡੀ ਇਮਿਊਨਿਟੀ ਲਈ ਵੀ ਉਹ ਠੀਕ ਨਹੀਂ ਹੈ, ਉਹ ਨੁਕਸਾਨ ਕਰਦੀ ਆ। ਫਿਰ ਜਿਹੜੇ ਸਿਗਰਟ ਸਮੋਕਿੰਗ ਕਰਦੇ ਆ ਉਹ ਵੀ ਸਾਡੀ ਪਾਚਨ ਕਿਰਿਆ ਤੇ ਬਹੁਤ ਪ੍ਰਭਾਵ ਪਾਉਂਦੇ ਆ, ਔਰ ਉਹਦਾ ਵੀ ਅਵੋਇਡ ਕਰਨਾ ਚਾਹੀਦਾ ਹੈ। ਇਹਦੇ ਵਿੱਚ ਮੈਂ ਇੱਕ ਹੋਰ ਦੱਸਦਾ ਹਾਂ ਕਿ ਜਿਹੜੇ ਕੈਫੀਨ, ਜਿਹੜੇ ਚਾਹ ਵਗੈਰਾ ਜ਼ਿਆਦਾ ਪੀਂਦੇ ਆ, ਉਹ ਵੀ ਸਾਡੀ ਸਿਹਤ ਦੇ ਉੱਤੇ ਔਰ ਸਾਡੇ ਪਾਚਨ ਕਿਰਿਆ ਦੇ ਉੱਤੇ ਬਹੁਤ ਭੈੜਾ ਅਸਰ ਉਹਦਾ ਵੀ ਹੁੰਦਾ ਹੈ। ਤੇ ਜਿਸ ਤਰ੍ਹਾਂ ਮੈਂ ਇਮਿਊਨਿਟੀ ਦੇ ਵਿੱਚ ਦੱਸਿਆ ਸੀ ਕਿ ਐਕਸਰਸਾਈਜ਼ ਜਿਹੜੀ ਹੈ ਉਹ ਸਾਡੇ ਪਾਚਨ ਕਿਰਿਆ ਲਈ ਵੀ ਬਹੁਤ ਜ਼ਰੂਰੀ ਹੈ,
ਜਿਹਦੇ ਨਾਲ ਕਿ ਅਸੀਂ ਆਪਣੀ ਬੋਡੀ ਦੀ ਵੀ ਹੈਲਪ ਕਰ ਸਕਦੇ ਹਾਂ, ਔਰ ਸਾਡੀ ਪਾਚਨ ਕਿਰਿਆ ਵੀ ਓਨੀ ਇੰਪੋਰਟੈਂਟ ਹੈ ਜਿਹੜੀ ਐਕਸਰਸਾਈਜ਼ ਦੇ ਨਾਲ ਅਸੀਂ ਇੰਪਰੂਵ ਕਰ ਸਕਦੇ ਹੈਗੇ ਆ। ਤੇ ਫਿਰ ਅਸੀਂ ਜਿਹੜੀ ਦਿਮਾਗ ਦੇ ਵਿੱਚ ਸਾਡੇ ਕੰਟੀਨਿਊਸ ਸਟ੍ਰੈਸ ਰਹਿੰਦਾ ਕਿਸੇ ਵੀ ਚੀਜ਼ ਦਾ, ਜਿਹੜਾ ਸਟ੍ਰੈਸ ਹੈ ਉਹ ਸਾਡੀ ਪਾਚਨ ਕਿਰਿਆ ਨੂੰ ਬਹੁਤ ਨੈਗੇਟਿਵਲੀ ਇਫੈਕਟ ਕਰਦਾ ਹੈ। ਸਟ੍ਰੈਸ ਦੇ ਨਾਲ ਜਿੰਨੇ ਵੀ ਸਟ੍ਰੈਸ ਹਾਰਮੋਨਸ ਸਾਡੇ ਬੋਡੀ ਦੇ ਵਿੱਚ ਬਣਦੇ ਆ, ਉਹ ਸਾਰੇ ਹੀ ਸਾਡੀ ਪਾਚਨ ਕਿਰਿਆ ਨੂੰ ਸਪਰੈਸ ਕਰਦੇ ਆ, ਔਰ ਸਾਨੂੰ ਹਮੇਸ਼ਾ ਹੀ ਫਾਈਟ ਔਰ ਫਲਾਈਟ ਪੋਜੀਸ਼ਨ ਦੇ ਵਿੱਚ ਰੱਖਦੇ ਆ, ਤੇ ਸਾਨੂੰ ਰੈਸਟ ਔਰ ਡਾਈਜੈਸਟ ਨਹੀਂ ਹੋਣ ਦਿੰਦੇ। ਸੋ ਇਸ ਕਰਕੇ ਸਾਡੀ ਪਾਚਨ ਕਿਰਿਆ ਸਟਾਪ ਹੋ ਜਾਂਦੀ ਆ, ਔਰ ਸਾਨੂੰ ਹਮੇਸ਼ਾ ਤਤਪਰ ਰਹਿਣ ਲਈ ਪ੍ਰੇਰਦੇ ਰਹਿੰਦੇ ਆ, ਜਿਹੜਾ ਕਿ ਕੰਟੀਨਿਊਸਲੀ ਸਾਡੇ ਲਈ ਫਾਇਦੇਮੰਦ ਨਹੀਂ ਹੈ, ਔਰ ਉਹ ਸਾਨੂੰ ਨੁਕਸਾਨ ਦਿੰਦਾ ਹੈਗਾ ਆ। ਔਰ ਇਹਦੇ ਤੋਂ ਸਾਨੂੰ ਬਚਣ ਲਈ ਕੀ ਹੈ, ਸਭ ਤੋਂ ਵੱਡਾ ਜਿਹੜਾ ਇਲਾਜ ਮੈਂ ਕਹਿੰਦਾ ਆ ਕਿ ਉਹ ਡੀਪ ਬਰੀਥਿੰਗ ਔਰ ਮੈਡੀਟੇਸ਼ਨ ਹੈ। ਡੀਪ ਬਰੀਥਿੰਗ ਦੇ ਨਾਲ ਤੁਸੀਂ ਆਪਣੇ ਫਾਈਟ ਔਰ ਫਲਾਈਟ ਔਰ ਸਿੰਪੈਥੈਟਿਕ ਟੋਨ ਜਿਹੜੀ ਆ ਉਹਨੂੰ ਰੈਗੂਲੇਟ ਕਰ ਸਕਦੇ ਆ, ਔਰ ਉਹਨੂੰ ਕੰਟਰੋਲ ਕਰ ਸਕਦੇ ਆ, ਔਰ ਡੀਪ ਬਰੀਥਿੰਗ ਦੇ ਨਾਲ ਹੀ ਔਰ ਮੈਡੀਟੇਸ਼ਨ ਦੇ ਨਾਲ ਹੀ ਇਹ ਸਾਰੀਆਂ ਚੀਜ਼ਾਂ ਹੱਲ ਹੋ ਸਕਦੀਆਂ। ਇਹਦੇ ਲਈ ਕੋਈ ਕਿਸੇ ਵੀ ਦਵਾਈ ਲੈਣ ਦੀ ਲੋੜ ਨਹੀਂ ਪੈਂਦੀ। ਫਿਰ ਅਸੀਂ ਇੱਕ ਚੀਜ਼ ਹੋਰ ਕਰ ਸਕਦੇ ਹਾਂ ਕਿ ਜਦੋਂ ਵੀ ਅਸੀਂ ਖਾਣਾ ਖਾਂਦੇ ਆ, ਤੇ ਸਿਰਫ ਜਦੋਂ ਖਾਣਾ ਖਾਂਦੇ ਆ ਤੇ ਖਾਣਾ ਖਾਣ ਦੇ ਵਿੱਚ ਹੀ ਸਾਡਾ ਧਿਆਨ ਹੋਣਾ ਚਾਹੀਦਾ ਆ। ਇਹ ਨਹੀਂ ਕਿ ਅਸੀਂ ਅਖਬਾਰ ਪੜ੍ਹਦੇ ਆ ਤਾਂ ਖਾਣਾ ਖਾਈ ਜਾਂਦੇ ਆ, ਟੈਲੀਵਿਜ਼ਨ ਦੇਖਦੇ ਆ ਤਾਂ ਖਾਣਾ ਖਾਈ ਜਾਂਦੇ ਆ, ਗੱਲਾਂ ਬਾਤਾਂ ਕਰੀ ਜਾਂਦੇ ਆ ਤੇ ਤਾਂ ਖਾਣਾ ਖਾਈ ਜਾਂਦੇ ਆ। ਉਹਦੇ ਨਾਲ ਕੀ ਹੁੰਦਾ, ਉਹਦੇ ਨਾਲ ਸਾਡਾ ਜਿਹੜਾ ਡਾਈਜੈਸ਼ਨ ਹੈਗਾ ਆ ਉਹ ਪੂਰੀ ਤਰ੍ਹਾਂ ਪ੍ਰੋਪਰਲੀ ਵਰਕ ਨਹੀਂ ਕਰਦਾ। ਸੋ ਇਸ ਕਰਕੇ ਜਦੋਂ ਅਸੀਂ ਮਾਈਂਡਫੁਲ ਹੋ ਕੇ ਆਪਣੇ ਧਿਆਨ ਦੇ ਨਾਲ ਖਾਣਾ ਖਾਂਦੇ ਆ, ਉਹਦੇ ਨਾਲ ਸਾਡੀ ਜਿਹੜੀ ਪਾਚਨ ਕਿਰਿਆ ਹੈਗੀ ਆ ਉਹ ਪ੍ਰੋਪਰ ਹੁੰਦੀ ਆ, ਔਰ ਉਹਦਾ ਸਾਨੂੰ ਬਹੁਤ ਫਾਇਦਾ ਹੁੰਦਾ ਹੈ। ਫਿਰ ਕਈ ਤਰ੍ਹਾਂ ਦੇ ਸਪਲੀਮੈਂਟਸ ਹੈਗੇ ਆ, ਕਿਉਂਕਿ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੈ ਕਿ ਸਾਡਾ ਜਿਹੜਾ ਐਸਿਡ ਹੈਗਾ ਆ ਉਹ ਘਟ ਜਾਂਦਾ ਹੈ, ਔਰ ਉਹਨੂੰ ਬੂਸਟ ਕਰਨ ਦੇ ਲਈ ਕਈ ਸਪਲੀਮੈਂਟਸ ਹੈਗੇ ਆ। ਫਿਰ ਕਈ ਐਂਜ਼ਾਈਮਸ ਹੈਗੇ ਆ, ਜਦੋਂ ਸਾਡੇ ਐਂਜ਼ਾਈਮਸ ਕਈ ਘਟ ਜਾਂਦੇ ਆ ਉਹ ਵੀ ਅਸੀਂ ਸਪਲੀਮੈਂਟ ਕਰ ਸਕਦੇ ਆ। ਖਾਸ ਕਰਕੇ ਜਿਹੜਾ ਸਾਡਾ ਐਸਿਡ ਘਟਦਾ ਆ ਉਹਦੇ ਲਈ ਅਸੀਂ ਐਪਲ ਸਾਈਡਰ ਵਿਨੇਗਰ ਜਿਹੜਾ ਹੈਗਾ ਆ ਉਹ ਬਹੁਤ ਹੀ ਵਧੀਆ ਇੱਕ ਤਰ੍ਹਾਂ ਦੀ ਔਸ਼ਧੀ ਹੈ, ਔਰ ਉਹਦਾ ਇਸਤੇਮਾਲ ਅਸੀਂ ਰੈਗੂਲਰਲੀ ਕਰਕੇ ਐਸਿਡ ਨੂੰ ਬੂਸਟ ਕਰ ਸਕਦੇ ਹਾਂ, ਔਰ ਇਹ ਜਿਹੜੀ ਮਤਲਬ ਐਸਿਡ ਰਿਫਲਕਸ ਦੀ ਪ੍ਰੋਬਲਮ ਹੈਗੀ ਆ ਉਹ ਤੋਂ ਪਰਮਾਨੈਂਟਲੀ ਅਸੀਂ ਨਿਜਾਤ ਪਾ ਸਕਦੇ ਹੈਗੇ। ਤੇ ਫਿਰ ਸਾਡੇ ਜੀਵਨ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਜ਼ਰੂਰੀ ਸਲੀਪ ਹੈ, ਜਿਹੜੀ ਕਿ ਇਮਿਊਨਿਟੀ ਦੇ ਲਈ ਵੀ ਬਹੁਤ ਜ਼ਰੂਰੀ ਹੈ, ਔਰ ਸਾਡੀ ਪਾਚਨ ਕਿਰਿਆ ਦੇ ਲਈ ਵੀ ਬਹੁਤ ਜ਼ਰੂਰੀ ਹੈ। ਉਹਦੇ ਲਈ ਤਕਰੀਬਨ ਸੌਣ ਤੋਂ 3 ਘੰਟੇ ਪਹਿਲਾਂ ਸਾਨੂੰ ਖਾਣਾ ਖਾ ਲੈਣਾ ਚਾਹੀਦਾ ਆ, ਜਿਹੜਾ ਕਿ ਉਸ ਤੋਂ ਪਹਿਲਾਂ ਸਾਡਾ ਹਜਮ ਹੋ ਜਾਏ, ਔਰ ਸਾਡੀ ਜਿਹੜੀ ਸਲੀਪ ਹੈਗੀ ਆ ਉਹ ਪ੍ਰੋਪਰ ਹੋਏ, ਔਰ ਉਹਦੇ ਨਾਲ ਜਿਹੜਾ ਉਹ ਖਾਣਾ ਹੈ ਉਹ ਪੂਰੀ ਤਰ੍ਹਾਂ ਹਜਮ ਹੋ ਸਕੇ। ਔਰ ਇਸ ਤੋਂ ਇਲਾਵਾ ਸਾਨੂੰ ਜਿਹੜਾ ਚੀਜ਼ਾਂ ਅਵੋਇਡ ਕਰਨੀਆਂ ਚਾਹੀਦੀਆਂ ਹੈ, ਉਹਦੇ ਬਾਰੇ ਮੈਂ ਦੱਸ ਦਵਾਂ ਕਿ ਜਿੰਨੀਆਂ ਵੀ ਰਿਫਾਈਨਡ ਚੀਜ਼ਾਂ ਹੈਗੀਆਂ, ਜਿੱਦਾਂ ਮੈਂ ਪਹਿਲਾਂ ਦੱਸਿਆ ਆ, ਰਿਫਾਈਨਡ ਆਟਾ ਹੈ, ਫਲਾਵਰ ਹੈ, ਉਹ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਫਿਰ ਰਿਫਾਈਨਡ ਆਇਲਸ ਜਿੰਨੇ ਵੀ ਹੈ ਉਹਨਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਫਿਰ ਜਿਹੜੇ ਰਿਫਾਈਨਡ ਸ਼ੂਗਰ ਹੈ, ਰਿਫਾਈਨਡ ਸਾਲਟ ਹੈ, ਇਹ ਸਾਰੀਆਂ ਚੀਜ਼ਾਂ ਤੋਂ ਸਾਨੂੰ ਪਰਹੇਜ਼ ਕਰਕੇ ਨੈਚੁਰਲ ਚੀਜ਼ਾਂ ਜਿਹੜੀਆਂ ਹੈਗੀਆਂ ਆ ਉਹ ਇਸਤੇਮਾਲ ਕਰਨੀਆਂ ਚਾਹੀਦੀਆਂ ਆ, ਤਾਂ ਕਿ ਅਸੀਂ ਆਪਣੀ ਸਿਹਤ ਦਾ, ਆਪਣੀ ਪਾਚਨ ਕਿਰਿਆ ਦਾ, ਆਪਣੀ ਬੋਡੀ ਦਾ ਔਰ ਆਪਣੇ ਭਵਿੱਖ ਦਾ ਪੂਰੀ ਤਰ੍ਹਾਂ ਖਿਆਲ ਰੱਖ ਸਕੀਏ। ਇਹ ਕੁਝ ਇੱਕ ਗੱਲਾਂ ਸੀ ਜਿਹੜੀਆਂ ਕਿ ਬੇਸਿਕਸ ਸੀ ਪਾਚਨ ਕਿਰਿਆ ਬਾਰੇ, ਉਹ ਮੈਂ ਤੁਹਾਨੂੰ ਦੱਸੀਆਂ ਆ। ਔਰ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਇੰਨਾ ਟਾਈਮ ਦਿੱਤਾ ਤੁਸੀਂ, ਔਰ ਅਗਰ ਕਿਸੇ ਦਾ ਕੁਐਸਚਨ ਹੈ ਤੇ ਉਹ ਤੁਸੀਂ ਜੇ ਮੈਂ ਉਹਦਾ ਹੱਲ ਦੱਸ ਸਕਿਆ ਤਾਂ I would be too happy. Thank you very much. ਜੀ ਥੈਂਕ ਯੂ ਡਾਕਟਰ ਸਾਹਿਬ। ਅਗਰ ਕਿਸੇ ਦਾ ਕੁਐਸਚਨ ਹੈ ਪਲੀਜ਼ ਉਹ ਹੈਂਡ ਰੇਜ਼ ਕਰ ਲਵੇ, ਤਾਂ ਫਿਰ ਟਰਨ ਵਾਈਜ਼ ਟਰਨ ਉਹਨਾਂ ਦਾ ਜਿਹੜੇ ਕੁਐਸਚਨਸ ਦਾ ਆਪਾਂ ਜਵਾਬ ਦੇਵਾਂਗੇ। ਤੇ ਡਾਕਟਰ ਸਾਹਿਬ, ਜਿੱਦਾਂ ਕਿ ਤੁਸੀਂ ਡਾਈਜੈਸਟਿਵ ਸਿਸਟਮ ਤੇ ਆਪਣਾ ਅੱਜ ਦਾ ਟੌਪਿਕ ਸੀਗਾ ਤੇ ਆਪਾਂ ਸਾਰਾ ਉਹਨੂੰ ਸੁਣਿਆ ਹੈਗਾ,
ਤੇ ਉਹਦੇ ਵਿੱਚ ਜੀ ਇਹ ਸਾਨੂੰ ਦੱਸੋ ਕਿ ਜਿਵੇਂ ਕਿ ਆਪਾਂ ਡਾਈਜੈਸ਼ਨ ਆ, ਕੋਈ ਵੀ ਜਿਹੜੀ ਬਿਮਾਰੀ ਆ, ਡਿਸੀਜ਼ ਆ ਜਾਂ ਕਿਸੇ ਵੀ ਤਰੀਕੇ ਦੀ ਇਨਫੈਕਸ਼ਨ ਆ, ਉਹ ਸਾਡੇ ਪੇਟ ਹਮ, ਤੋਂ ਸਟਾਰਟ ਹੁੰਦੀ ਆ, ਜਿਵੇਂ ਕਿ ਸਾਨੂੰ ਸਾਰਿਆਂ ਨੂੰ ਹੀ ਜੀ ਪਤਾ ਹੈਗਾ। ਤੇ ਇਹਦੇ ਜਿਹੜੇ ਹਮ, ਡਾਈਜੈਸਟਿਵ ਸਿਸਟਮ ਨੂੰ ਸਟਰੋਂਗ ਰੱਖਣ ਲਈ, ਜਿਵੇਂ ਕਿ ਆਪਾਂ ਹੁਣ ਆਪਣੇ ਜਿਹੜੇ ਮੂਲ ਅਨਾਜ ਆ ਜਿਨ੍ਹਾਂ ਨੂੰ ਮਿਲਟਸ ਕਹਿ ਦਿੰਦੇ ਆ, ਉਹ ਆਪਾਂ ਹਾਂ ਸਟਾਰਟ ਕਰ ਰਹੇ ਹਾਂ, ਕਣਕ ਚੌਲ ਇਹ ਸਭ ਜਿਹੜੇ ਅਵੋਇਡ ਕਰ ਰਹੇ ਹਾਂ। ਤੇ ਇਹਨਾਂ ਤੋਂ ਜੀ ਇਲਾਵਾ ਜਿੱਦਾਂ ਆਪਾਂ ਮਿਲਟਸ ਲੈ ਰਹੇ ਹਾਂ ਰੈਗੂਲਰ, ਤੇ ਇਸ ਤੋਂ ਇਲਾਵਾ ਹੋਰ ਆਪਾਂ ਕੀ ਚੀਜ਼ਾਂ ਨਾਲ ਐਡ ਕਰ ਸਕਦੇ ਹਾਂ ਜਿਹਦੇ ਨਾਲ ਜਿਹੜਾ ਸਾਡਾ ਡਾਈਜੈਸਟਿਵ ਸਿਸਟਮ ਆ ਉਹ ਪ੍ਰੋਪਰ ਵਰਕ ਕਰੇ, ਸਾਡੀ ਇਮਿਊਨਿਟੀ, ਜਿਵੇਂ ਕਿ ਆਪਾਂ ਲਾਸਟ ਜਦੋਂ ਤੁਸੀਂ ਸਾਰਾ ਦੱਸਿਆ ਸੀ ਇਮਿਊਨਿਟੀ ਤੇ ਉਹ ਸਟਰੋਂਗ ਹੋ ਹਾਂ ਸਕੇ। ਤੇ ਇਹਦੇ ਲਈ ਸਾਡੇ ਮੇਜਰ ਪੁਆਇੰਟਸ ਕੀ ਹੈਗੇ ਆ, ਤਾਂ ਕਿ ਬਾਕੀ ਵੀ ਸਾਰੇ ਨੋਟ ਕਰ ਲੈਣ ਇਸ ਚੀਜ਼ ਨੂੰ। ਹਾਂ ਇਸ ਤੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹਨਾ ਕਿ ਜਿਹੜਾ ਸਾਡਾ ਫੂਡ ਹੈ ਉਹ ਪਲਾਂਟ ਬੇਸਡ ਹੋਣਾ ਚਾਹੀਦਾ, ਨੈਚੁਰਲ ਫੂਡ ਹੋਏਗਾ। ਜਿਹੜਾ ਨੈਚੁਰਲ ਫੂਡ ਹੈ ਉਹ ਲਾਈਵ ਫੂਡ ਜਿਹਨੂੰ ਕਹਿ ਦਿੰਦੇ ਹਾਂ ਅਸੀਂ, ਲਾਈਵ ਫੂਡ ਹੋਵੇ, ਪਲਾਂਟ ਬੇਸਡ ਫੂਡ ਹੋਵੇ, ਔਰ ਉਹ ਸਾਰਾ ਜਿਹੜਾ ਫੂਡ ਹੈ ਉਹ ਸਾਡੀ ਸਿਹਤ ਲਈ, ਸਾਡੀ ਪਾਚਨ ਕਿਰਿਆ ਲਈ ਬਹੁਤ ਇੰਪੋਰਟੈਂਟ ਹੈ। ਜਿੰਨੇ ਵੀ ਸਾਡੇ ਪੈਕੇਜਡ ਫੂਡ ਹੈਗਾ ਜਿਹੜਾ ਅਸੀਂ ਬਾਜ਼ਾਰਾਂ ਚੋਂ ਖਰੀਦ ਕੇ ਲੈਨੇ ਆ, ਉਹ ਬਿਲਕੁਲ ਨਹੀਂ ਹੋਣਾ ਚਾਹੀਦਾ। ਜਿਹੜਾ ਸਾਡਾ ਪ੍ਰੋਸੈਸ ਕੀਤਾ ਫੂਡ ਹੈ, ਜਿੱਦਾਂ ਜਿੰਨੇ ਵੀ ਰਿਫਾਈਨਡ ਆਇਲਸ ਹੈਗੇ ਆ, ਰਿਫਾਈਨਡ ਸ਼ੂਗਰ ਹੈਗੀ ਆ, ਰਿਫਾਈਨਡ ਸਾਲਟ ਹੈਗਾ ਆ, ਇਹ ਸਾਰੇ ਜਿਹੜੇ ਹੈਗੇ ਆ ਪ੍ਰੋਸੈਸਡ ਹੈਗੇ ਆ, ਔਰ ਇਹਨਾਂ ਦਾ ਬਿਲਕੁਲ ਪਰਹੇਜ਼ ਕਰਨਾ ਚਾਹੀਦਾ ਹੈ। ਫਿਰ ਜਿਹੜਾ ਜਿੰਨਾ ਵੀ ਸਾਡਾ ਮਿਲਕ ਆਂਦਾ ਹੈ, ਮਿਲਕ ਦੇ ਵਿੱਚ ਵੀ ਬਹੁਤ ਸਾਰੇ ਕੈਮੀਕਲਸ ਹੈਗੇ ਆ, ਔਰ ਬਹੁਤ ਸਾਰੇ ਹਾਰਮੋਨਸ ਜਿਹੜੇ ਹੈ ਪਸ਼ੂਆਂ ਨੂੰ ਦਿੱਤੇ ਜਾਂਦੇ ਆ, ਉਹ ਵੀ ਸਾਡੇ ਬੋਡੀ ਨੂੰ ਹਾਰਮ ਕਰਦੇ ਹੈਗੇ ਆ। ਤੇ ਇਸ ਤਰ੍ਹਾਂ ਕਾਫੀ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਅਸੀਂ ਅਵੋਇਡ ਕਰ ਸਕਦੇ ਹਾਂ। ਸਭ ਤੋਂ ਅੱਜ ਕੱਲ ਦੀ ਸਭ ਤੋਂ ਵੱਡੀ ਜਿਹੜੀ ਸਾਡੀ ਮਤਲਬ ਖੁਰਾਕ ਦੇ ਵਿੱਚ ਪ੍ਰੋਬਲਮੈਟਿਕ ਚੀਜ਼ ਹੈ, ਉਹ ਹੈ ਵੀਟ ਕਣਕ ਜਿਹਨੂੰ ਕਹਿੰਦੇ ਆ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ ਕਿ ਵੀਟ ਜਿਹੜੀ ਆ ਉਹ 100% ਲੋਕਾਂ ਨੂੰ ਅਫੈਕਟ ਕਰਦੀ ਹੈ, ਕਿਸੇ ਨੂੰ ਘੱਟ ਕਰਦੀ ਆ, ਕਿਸੇ ਨੂੰ ਜ਼ਿਆਦਾ ਕਰਦੀ ਹੈਗੀ ਆ। ਉਹਦਾ ਜਿਹੜੀ ਸਾਡੀ ਟੋਲਰੈਂਸ ਦੇ ਉੱਤੇ ਜਿਹੜੀ ਆ ਓਰਲ ਟੋਲਰੈਂਸ ਹੈ, ਉਹਦੇ ਉੱਤੇ ਡਿਪੈਂਡ ਕਰਦੀ ਹੈ। ਹਰ ਵਾਰੀ ਜਦੋਂ ਅਸੀਂ ਕੋਈ ਵੀ ਵੀਟ ਖਾਂਦੇ ਆ ਤੇ ਸਾਡੀ ਜਿਹੜੀ ਗੱਟ ਹੈਗੀ ਆ, ਗੱਟ ਦਾ ਮਤਲਬ ਜਿਹੜੀ ਸਾਡੀ ਐਲੀਮੈਂਟਰੀ ਕਨਾਲ ਹੈਗੀ ਆ, ਜਿਹੜੀ ਸਾਡੀ ਭੋਜਨ ਖੁਰਾਕ ਦੀ ਨਾਲੀ ਆ, ਉਹਦੇ ਵਿੱਚ ਮਤਲਬ ਕਈ ਤਰ੍ਹਾਂ ਦੀ ਬਣਤਰ ਦੇ ਵਿੱਚ ਵਿਘਨ ਆ ਜਾਂਦੇ ਆ। ਜਿਸ ਤਰ੍ਹਾਂ ਇੱਕ ਛਾਨਣੀ ਹੁੰਦੀ ਆ, ਸਾਡੀ ਗੱਟ ਜਿਹੜੀ ਆ ਉਹਦੀ ਲਾਈਨਿੰਗ ਜਿਹੜੀ ਆ ਉਹਦੀ ਝਿੱਲੀ ਹੈਗੀ ਆ ਸਿਰਫ ਇੱਕ ਸੈੱਲ ਥਿਕ ਹੈ, ਸਿਰਫ ਇੱਕ ਸੈੱਲ ਤੋਂ ਬਾਹਰ ਸਾਡਾ ਭੋਜਨ ਹੈਗਾ, ਇੱਕ ਸੈੱਲ ਤੋਂ ਅੰਦਰ ਸਾਡਾ ਬਲੱਡ ਹੈਗਾ, ਜਿਹਦੇ ਵਿੱਚ ਉਹ ਸਾਡੇ ਜਿਹੜੇ ਨਿਊਟ੍ਰੀਐਂਟਸ ਹੈਗੇ ਆ, ਜੋ ਕੁਝ ਅਸੀਂ ਖਾਂਦੇ ਆ ਉਹਨੇ ਐਂਟਰ ਹੋਣਾ ਆ। ਸੋ ਇਸ ਕਰਕੇ ਉਹ ਜੋ ਵੀ ਅਸੀਂ ਚੀਜ਼ ਵਧੀਆ ਖਾਂਦੇ ਆ ਉਹ ਤਾਂ ਸਾਡੇ ਉਹ ਸੈੱਲ ਨੂੰ ਠੀਕ ਰੱਖਦੀ ਆ। ਜੇ ਅਸੀਂ ਕੋਈ ਗਲਤ ਚੀਜ਼ ਖਾਂਦੇ ਆ, ਜਿੱਦਾਂ ਕਣਕ ਹੈਗੀ ਆ, ਉਹ ਹਰ ਵਾਰ ਜਦੋਂ ਅਸੀਂ ਖਾਂਦੇ ਆ ਤੇ ਉਹ ਜਿਹੜੇ ਸੈੱਲ ਹੈਗੇ ਆ ਉਹ ਡਿਸਟਰਬ ਹੋ ਜਾਂਦੇ ਆ। ਜਿੱਦਾਂ ਇੱਕ ਛਾਨਣੀ ਹੁੰਦੀ ਆ, ਛਾਨਣੀ ਦੇ ਵਿੱਚੋਂ ਪੁਣ ਕੇ ਦੂਸਰੇ ਪਾਸੇ ਚੀਜ਼ ਜਾਂਦੀ ਆ। ਅਗਰ ਉਹ ਛਾਨਣੀ ਦੇ ਜਿਹੜੇ ਛੇਦ ਹੈਗੇ ਆ ਉਹ ਖਰਾਬ ਹੋ ਜਾਣ, ਔਰ ਕਈ ਛੇਦ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਦਰਾਰਾਂ ਆ ਜਾਣ ਜਾਂ ਫਟ ਜਾਣ, ਤਾਂ ਕਾਫੀ ਚੀਜ਼ਾਂ ਜਿਹੜੀਆਂ ਵੱਡੀਆਂ ਹੈਗੀਆਂ ਆ ਉਹ ਵੀ ਪੁਣ ਕੇ ਦੂਜੇ ਪਾਸੇ ਚਲ ਜਾਂਦੀਆਂ ਆ। ਇਸੇ ਤਰ੍ਹਾਂ ਜਿਹੜੀ ਇਹ ਲਾਈਨਿੰਗ ਹੈ ਸਾਡੇ ਗੱਟ ਦੇ ਵਿੱਚ, ਐਲੀਮੈਂਟਰੀ ਕਨਾਲ ਦੇ ਵਿੱਚ, ਉਹ ਅਗਰ ਅਸੀਂ ਵੀਟ ਦਾ ਇਸਤੇਮਾਲ ਜ਼ਿਆਦਾ ਕਰਦੇ ਆ, ਜਾਂ ਅਸੀਂ ਜਿਹੜੀਆਂ ਸਾਡੇ ਪੇਨ ਕਿਲਰ ਹੈਗੇ ਆ ਉਹ ਜ਼ਿਆਦਾ ਇਸਤੇਮਾਲ ਕਰਦੇ ਆ, ਉਹਨਾਂ ਨਾਲ ਉਹ ਜਿਹੜਾ ਇੱਕ ਸੈੱਲ ਲੇਅਰ ਥਿਕ ਹੈਗੀ ਆ, ਉਹ ਸੀਵ ਜਿਹੜੀ ਹੈ ਉਹਦੇ ਵਿੱਚ ਦਰਾਰਾਂ ਆ ਜਾਂਦੀਆਂ ਆ। ਉਹ ਸੈੱਲ ਜਿਹੜੇ ਹੈਗੇ ਆ ਉਹਨੂੰ ਅਸੀਂ ਲੀਕੀ ਗੱਟ ਕਹਿ ਦਿੰਦੇ ਆ। ਲੀਕੀ ਗੱਟ ਦਾ ਮਤਲਬ ਇਹ ਆ ਕਿ ਉਹ ਲੀਕ ਕਰਨ ਲੱਗ ਪੈਂਦੀ ਆ, ਔਰ ਜਿੰਨੀਆਂ ਵੱਡੇ ਮੋਲੀਕਿਊਲਸ ਹੈਗੇ ਆ ਜਿਹੜੇ ਕਿ ਨਾਰਮਲੀ ਸਾਡੀ ਬਾਡੀ ਦੇ ਵਿੱਚ ਨਹੀਂ ਜਾਣੇ ਚਾਹੀਦੇ, ਉਹ ਵੱਡੇ ਮੋਲੀਕਿਊਲ ਐਂਟਰ ਕਰ ਜਾਂਦੇ ਬਲੱਡ ਦੇ ਵਿੱਚ, ਔਰ ਉਹ ਸਾਡਾ ਜਿਹੜਾ ਬਲੱਡ ਹੈਗਾ ਜਾਂ ਸਾਡੀ ਬਾਡੀ ਹੈਗੀ ਆ ਉਹਨਾਂ ਨੂੰ ਰਿਸੀਵ ਨਹੀਂ ਕਰਦਾ, ਉਹਨਾਂ ਨੂੰ ਐਜ਼ ਏ ਫੋਰਨ ਸਮਝਦਾ ਆ, ਔਰ ਉਹਨਾਂ ਦੇ ਅਗੇਂਸਟ ਐਂਟੀਬਾਡੀਜ਼ ਬਣਾ ਦਿੰਦਾ ਆ, ਔਰ ਇਹ ਆਟੋ ਇਮਿਊਨ ਜਿਹੜੀ ਡਿਜ਼ੀਜ਼ ਹੈਗੀ ਆ ਉਹ ਸ਼ੁਰੂਆਤ ਹੋ ਜਾਂਦੀ ਆ। ਕਿਹੜੀਆਂ ਆਟੋ ਇਮਿਊਨ ਡਿਜ਼ੀਜ਼ਸ ਆ? ਜਿੱਦਾਂ ਕਿ ਰੂਮੇਟੋਇਡ ਆਰਥਰਾਈਟਿਸ ਹੈਗੀ ਆ,
ਆਪਣੀ ਡਾਇਬਟੀਜ਼ ਮੈਲਾਈਟਸ ਹੈਗੀ ਆ, ਜਾਂ ਮਲਟੀਪਲ ਸਕਲੇਰੋਸਿਸ ਹੈਗਾ ਆ, ਜਾਂ ਹੋਰ ਤਰ੍ਹਾਂ ਪਾਰਕਿੰਸੋਨਿਜ਼ਮ ਵੀ ਅਸੀਂ ਕਹਿ ਸਕਦੇ ਹਾਂ। ਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ 80 ਦੇ ਕਰੀਬ ਜਿਹੜੀਆਂ ਬਿਮਾਰੀਆਂ ਹੈਗੀਆਂ ਅੱਜ ਕੱਲ, ਇਹ ਬਹੁਤ ਸਾਰੀਆਂ ਸਕਿਨ ਡਿਜ਼ੀਜ਼ਸ ਹੈਗੀਆਂ ਆ। ਇਹ ਸਾਰੀਆਂ ਜਿਹੜੀਆਂ ਹੈਗੀਆਂ ਕਣਕ ਦੀ ਵਜ੍ਹਾ ਕਰਕੇ, ਜਾਂ ਦੁੱਧ ਵੀ ਇਹਦੇ ਵਿੱਚ ਸ਼ਾਮਲ ਹੈਗਾ ਕਿ ਉਹਦੀਆਂ ਵੀ ਪ੍ਰੋਟੀਨਸ ਜਿਹੜੀਆਂ ਹੈਗੀਆਂ ਆ ਉਹ ਵੀ ਉਹ ਲੀਕੀ ਗਟ ਦੇ ਥਰੂ ਅੰਦਰ ਚਲ ਜਾਂਦੀਆਂ ਸਾਡੇ ਬੋਡੀ ਦੇ ਵਿੱਚ, ਔਰ ਉਹਦੇ ਅੰਦਰ ਐਂਟੀਬਾਡੀਜ਼ ਬਣਾ ਕੇ ਉਹ ਸਾਨੂੰ ਬਿਮਾਰੀ ਦਿੰਦੀਆਂ ਹਨ। ਇਸ ਕਰਕੇ ਸਭ ਤੋਂ ਭੈੜੀ ਚੀਜ਼ ਜਿਹੜੀ ਹੈਗੀ ਆ ਉਹ ਅੱਜ ਕੱਲ ਵੀਟ ਹੈਗੀ ਆ, ਔਰ ਉਹਦਾ ਇਸਤੇਮਾਲ ਜਿਹੜਾ ਆ ਉਹ ਬਹੁਤ ਰਿਸਟ੍ਰਿਕਟਡ ਕਰਨਾ ਚਾਹੀਦਾ। ਤੇ ਜਿਹੜੀ ਤੁਸੀਂ ਮਿਲਟ ਬਾਰੇ ਗੱਲ ਕੀਤੀ ਹੈ ਉਹ ਬਹੁਤ ਹੀ ਜ਼ਰੂਰੀ ਹੈਗੀ ਆ ਇਸ ਨੂੰ ਰਿਪਲੇਸ ਕਰਨ ਦੇ ਵਿੱਚ। ਥੈਂਕ ਯੂ ਜੀ ਡਾਕਟਰ ਸਾਹਿਬ, ਹੁਣ ਅਸੀਂ ਕੁਐਸਚਨਸ ਆ ਗਏ ਸਾਡੇ ਕੋਲ, ਲੈ ਲੈਂਦੇ ਆ। ਇਹ ਪਾਰਟਿਸਪੈਂਟ ਆ, ਪਲੀਜ਼ ਤੁਸੀਂ ਅਨਮਿਊਟ ਕਰ ਲਓ ਆਪਣੇ ਆਪ ਨੂੰ। ਹਾਂਜੀ ਹਾਂਜੀ, ਗੁੱਡ ਇਵਨਿੰਗ ਸਰ। पिछले तीन दिन तो मैं बीमार हाँ, फिर काफी प्रॉब्लम आ रही है। कुछ ही बोलो प्लीज। हेलो आवाज डॉक्टर नहीं आ साहब, रही। मेरी 3 दिन दी पिछले 3 दिन तो ना तो बीमार हाँ मैं। हाँ जी, रेशा, खांसी, जुकाम बहुत ज्यादा हो रहा है, ਵੀਕਨੈਸ ਬਹੁਤ ਆ ਗਈ ਇਹਦੇ ਨਾਲ। ਉਹਦੇ ਲਈ ਮੈਨੂੰ ਕੀ ਲੈਣਾ ਚਾਹੀਦਾ ਆ? ਤੁਸੀਂ ਬੁਖਾਰ ਵਗੈਰਾ ਤਾਂ ਨਹੀਂ ਹੈ? ਬੁਖਾਰ ਵੀ ਆ। ਬੁਖਾਰ ਹੈ ਫਿਰ ਤੇ ਬੁਖਾਰ ਦੀ ਦਵਾਈ ਤੇ ਨਾਲ ਲੈਣੀ ਚਾਹੀਦੀ। ਇਨਫੈਕਸ਼ਨ ਹੋ ਗਈ ਆ ਤੁਹਾਨੂੰ, ਇਨਫੈਕਸ਼ਨ ਲਈ ਤਾਂ ਆਪਣੀ ਜਿਹੜੀ ਖੁਰਾਕ ਹੈਗੀ ਆ ਉਹਨੂੰ ਥੋੜੀ ਲਾਈਟ ਕਰ ਲਓ, ਔਰ गर्म पानी, कोसा पानी पियो। बाकी रेशा ਲਈ ਦੁੱਧ ਵਗੈਰਾ ਦਾ ਇਸਤੇਮਾਲ ਬਿਲਕੁਲ ਨਾ ਕਰੋ, ਔਰ ਪਲਾਂਟ ਵੇਸਟ ਜਿਹੜਾ ਡਾਈਟ ਹੈਗਾ ਉਹ ਲਓ। ਤੇ ਬਾਕੀ ਡਾਕਟਰ ਨੂੰ ਚੈੱਕਅਪ ਕਰਾਓ ਤਾਂ ਕਿ ਜਿਹੜੀ ਬਿਮਾਰੀ ਹੈ ਉਹਦਾ ਰੂਟ ਕਾਜ਼ ਪਤਾ ਲੱਗ ਸਕੇ ਕਿ ਇਨਫੈਕਸ਼ਨ ਕਾਹਦੇ ਲਈ ਕਿਸ ਤਰ੍ਹਾਂ ਹੋਈ ਹੈ। ਠੀਕ ਹੈ ਜੀ, ਥੈਂਕ ਯੂ ਡਾਕਟਰ ਸਾਹਿਬ। जी डॉक्टर साहब, अगला क्वेश्चन अपना ले लेने। करणवीर सिंह, प्लीज अनम्यूट कर लो। हाँ जी डॉक्टर साहब, ਆਪਾਂ ਈਜ਼ੀ ਡਾਈਜੈਸਟ ਹੋਣ ਵਾਲਾ ਫੂਡ ਕਿਹੜਾ ਲੈ ਸਕਦੇ ਹਾਂ? ਸਾਰੇ ਫੂਡ ਜਿਹੜੇ ਆ ਈਜ਼ੀ ਡਾਈਜੈਸਟ ਹੁੰਦੇ ਆ। ਮਤਲਬ ਇਹ ਆ ਕਿ ਜੇ ਉਹ ਨੈਚੁਰਲ ਹੈਗੇ ਆ ਤਾਂ ਈਜ਼ੀਲੀ ਡਾਈਜੈਸਟ ਹੋ ਜਾਣੇ ਆ। ਜੇ ਉਹ ਆਰਟੀਫੀਸ਼ੀਅਲ ਹੈ ਤੇ ਨੈਚੁਰਲੀ ਉਹਨੂੰ ਟਾਈਮ ਲੱਗਣਾ ਆ। ਹਮੇਸ਼ਾ ਜਿਹੜੇ ਤਾਜ਼ੇ ਫਰੂਟ ਫਲ ਹੈ ਉਹ ਈਜ਼ੀਲੀ ਡਾਈਜੈਸਟ ਹੋ ਜਾਂਦੇ ਆ। ਜੇ ਜ਼ਿਆਦਾ ਫੈਟ ਵਾਲੀਆਂ ਚੀਜ਼ਾਂ ਹੈਗੀਆਂ ਜਾਂ ਤਲੀਆਂ ਆ ਚੀਜ਼ਾਂ ਆ ਉਹ ਈਜ਼ੀਲੀ ਡਾਈਜੈਸਟ ਨਹੀਂ ਹੋਣੀਆਂ। ਸੋ ਇਸ ਕਰਕੇ ਇਹਨਾਂ ਜਿਹੜੀਆਂ ਨੈਚੁਰਲ ਪਲਾਂਟ ਵੇਸਡ ਫੂਡ ਹੈ ਔਰ ਨੈਚੁਰਲ ਹੈ, ਆਰਗੈਨਿਕ ਹੈ, ਉਹ ਜਲਦੀ ਡਾਈਜੈਸਟ ਹੋ ਜਾਣਗੇ। जी डॉक्टर थैंक यू डॉक्टर साहब। जी, कोई होर पार्टिसिपेंट क्वेश्चन पूछना चाहता है तो प्लीज अपने हैंड रेज कर लो। ਤੁਹਾਡੀ ਸਕਰੀਨ ਦੇ ਉੱਤੇ ਇੱਕ ਰਿਐਕਸ਼ਨਸ ਵਰਡ ਆਂਦਾ ਹੈਗਾ ਆ ਤੇ ਜਾਂ ਮੋਰ ਦੀ ਆਪਸ਼ਨ ਆਂਦੀ, ਉਹਦੇ ਵਿੱਚ ਜਾ ਕੇ ਤੁਸੀਂ ਆਪਣਾ ਹੈਂਡ ਜਿਹੜਾ ਆ ਰੇਜ਼ ਕਰ ਸਕਦੇ ਆ। ਉਹਦੇ ਨਾਲ ਫਿਰ ਤੁਹਾਨੂੰ ਅਨਮਿਊਟ ਲਈ ਕਿਹਾ ਜਾਊਗਾ ਤੇ ਤੁਸੀਂ ਆਪਣੇ ਕੁਐਸਚਨ ਜਿਹੜੇ ਆ ਪੁੱਟ ਕਰ ਸਕਦੇ ਆ। ਡਾਕਟਰ ਸਾਹਿਬ, ਇੱਕ ਮੇਰਾ ਕੁਐਸਚਨ ਹੋਰ ਹੈਗਾ ਆ ਡਾਈਜੈਸ਼ਨ ਤੇ, ਕਿ ਇਹਦੇ ਡਿਫਰੈਂਟ ਟਾਈਪਸ ਵੀ ਹੁੰਦੇ ਹੈਗੇ ਆ, ਜਿਵੇਂ ਕਿ ਅਲੱਗ, ਮਤਲਬ ਕਈ ਵਾਰ ਆਪਾਂ ਸਟੱਡੀ 'ਚ ਦੇਖਦੇ ਆ ਕਿ ਇਹਦੇ ਕਈ ਤਰੀਕੇ ਆ ਡਾਈਜੈਸ਼ਨ ਦੇ, ਜਿੱਦਾਂ ਉਹ ਕਹਿੰਦੇ ਕੋਈ ਸਟੈਪਸ ਹੁੰਦੇ ਆ ਜਾਂ ਇਹਦੇ ਟਾਈਪਸ ਹੁੰਦੇ ਆ। ਕਿਸ ਤਰ੍ਹਾਂ ਦੇ ਟਾਈਪਸ? ਜਿੱਦਾਂ ਕਿ ਉਹਨਾਂ ਨੇ ਇਹਦੇ ਕਈ ਵਾਰ ਜਿੱਦਾਂ ਸਟੱਡੀ ਕੀਤਾ ਉਹਦੇ ਵਿੱਚ ਉਹ ਦੱਸਦੇ ਆ ਕਿ ਡਾਈਜੈਸ਼ਨ ਅਲੱਗ-ਅਲੱਗ ਤਰੀਕੇ ਦੇ ਮਤਲਬ ਨਾਲ ਹੁੰਦੀ ਆ। ਜਿੱਦਾਂ ਕੋਈ ਇਹਦੇ ਵਿੱਚ ਉਹਨਾਂ ਨੇ ਕਈ ਆਪਸ਼ਨਸ ਦਿੱਤੀਆਂ ਹੋਈਆਂ ਸੀ ਕਿ 6 ਸਟੈਪਸ, ਆਈ ਥਿੰਕ 6 ਸਟੈਪਸ ਏਦਾਂ ਦੇ ਹੈਗੇ ਆ ਜਿਹੜੇ ਡਾਈਜੈਸ਼ਨ ਦੇ ਵਿੱਚ ਮਤਲਬ ਆਪਣਾ ਰੋਲ ਰੱਖਦੇ ਹੈਗੇ ਆ। ਕੀ ਏਦਾਂ ਦਾ ਕੁਝ ਹੈ? ਨਹੀਂ, ਡਾਈਜੈਸ਼ਨ ਜਿਹੜਾ ਹੈ ਉਹ ਡਿਫਰੈਂਟ
ਮਤਲਬ ਜਿਹੜੇ ਇੰਡੀਵਿਜੂਅਲ ਚੀਜ਼ਾਂ ਹੈਗੀਆਂ ਉਹਨਾਂ ਦਾ ਡਾਈਜੈਸ਼ਨ ਡਿਫਰੈਂਟ ਹੈ। ਜਿੱਦਾਂ ਕਾਰਬੋਹਾਈਡਰੇਟਸ ਹੈ ਉਹਨਾਂ ਦਾ ਡਾਈਜੈਸ਼ਨ ਡਿਫਰੈਂਟ ਹੈ, ਜਿਹੜਾ ਫੈਟਸ ਹੈ ਉਹਨਾਂ ਦਾ ਡਾਈਜੈਸ਼ਨ ਡਿਫਰੈਂਟ ਹੈ, ਜਿਹੜੇ ਪ੍ਰੋਟੀਨਸ ਹੈ ਉਹਨਾਂ ਦਾ ਡਾਈਜੈਸ਼ਨ ਡਿਫਰੈਂਟ ਹੈ, ਔਰ ਜਿਹੜੇ ਮਤਲਬ ਨਿਊਟ੍ਰੀਐਂਟਸ ਹੈ ਉਹਨਾਂ ਦਾ ਡਾਈਜੈਸ਼ਨ ਡਿਫਰੈਂਟ ਹੈ। ਇਹ ਮਤਲਬ ਪੀਐਚ ਜਿਹੜੀ ਹੈਗੀ ਆ ਸਾਡੇ ਮੂੰਹ ਤੋਂ ਲੈ ਕੇ ਸਾਡੇ ਐਂਡ ਤੱਕ ਇਹਦੀ ਪੀਐਚ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਜਿਸ ਤਰ੍ਹਾਂ ਮੂੰਹ ਦੇ ਵਿੱਚ ਜਿਹੜੀ ਹੈਗੀ ਆ ਪੀਐਚ ਹੈਗੀ ਆ ਉਹ ਐਸਿਡਿਕ ਹੈ, ਫਿਰ ਜਿਹੜੀ ਸਾਡੀ ਸਟਮਕ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਐਸਿਡਿਕ ਹੈਗੀ ਆ, ਫਿਰ ਸਾਡੀ ਗੱਟ ਹੈਗੀ ਆ ਸਮਾਲ ਇੰਟੈਸਟਾਈਨ ਹੈ ਉਹਦੇ ਵਿੱਚ ਐਲਕਲਾਈਨ ਹੋ ਜਾਂਦੀ ਆ, ਤੇ ਉਸ ਤੋਂ ਬਾਅਦ ਫਿਰ ਆ ਕੇ ਨਿਊਟਰਲ ਹੋ ਜਾਂਦੀ ਆ। ਸੋ ਇਸ ਤਰ੍ਹਾਂ ਸਾਡੇ ਡਿਫਰੈਂਟ ਜਿਹੜੇ ਸਿਸਟਮ ਹੈਗੇ ਆ ਗੱਟ ਦੇ, ਉਹਦੇ ਵਿੱਚ ਡਿਫਰੈਂਟ ਐਂਜ਼ਾਈਮ ਜਿਹੜੇ ਹੈਗੇ ਆ ਉਹ ਵਰਕ ਕਰਦੇ ਹੈਗੇ ਆ, ਔਰ ਇਹ ਹੋਰ ਸਿਸਟਮ ਤਾਂ ਇਹਦੇ ਵਿੱਚ ਕੋਈ ਨਹੀਂ ਹੈ, ਇਹੀ ਹੈ। ਜੀ ਡਾਕਟਰ ਸਾਹਿਬ, ਇੱਕ ਇਹਦੇ ਵਿੱਚ ਡਾਕਟਰ ਸਾਹਿਬ ਇਦਾਂ ਆ ਜਿੱਦਾਂ ਕਈ ਵਾਰ ਡਾਈਜੈਸ਼ਨ ਪ੍ਰੋਪਰ ਨਾ ਹੋਣ ਕਰਕੇ ਕਨਸਟੀਪੇਸ਼ਨ ਦੀ ਪ੍ਰੋਬਲਮ ਆਉਂਦੀ ਆ, ਜਾਂ ਮੂੰਹ 'ਚ ਛਾਲੇ ਹੋ ਜਾਂਦੇ ਆ, ਜਾਂ ਗਲਾ ਪੱਕ ਜਾਂਦਾ ਆ, ਤੇ ਇਹਦੇ ਸੋਲਿਊਸ਼ਨ ਲਈ ਆਪਾਂ ਕੀ ਕਰ ਸਕਦੇ ਹੈਗੇ? ਇਹ ਕਿਉਂ ਹੁੰਦਾ ਹੈ ਤੇ ਨੈਕਸਟ ਤੋਂ ਇਹ ਚੀਜ਼ ਨਾ ਹੋਵੇ, ਇਹਨੂੰ ਕਿੱਦਾਂ ਆਪਾਂ ਕਿਉਰ ਕਰ ਸਕਦੇ? ਜੀ ਡਾਕਟਰ ਸਾਹਿਬ, ਆਵਾਜ਼ ਨਹੀਂ ਆ ਰਹੀ ਤੁਹਾਡੀ।